जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। पौड़ी हर के संत सुनो जन भाई, हर सतगुर की एक साखी। जिस तुर भाग होवै मुख मस्तक, तिन जन लै हृदय राखी। हर के संत सुनो जन भाई, हर सतगुर की एक साखी। जिस तुर भाग होवै मुख मस्तक, तिन जन लै हृदय राखी। हरि अमृत कथा श्रेष्ठ उत्तम, गुर बचनी सहजे चाखी। वाहिगुरु। ये पवित्र बचन राग श्री राग की वार चों पौड़ियाँ चौथे पातशाह जी दियाँ इस लोक महल्ले महल्ले तीजे पातशाह जी दे आपां सरवण कर रहे हैं। अज अमृत वेले रखे गए अखंड पाठां दे भोग पाए गए, क्योंकि अज तीसरे पातशाह साहब श्री गुरु अमरदास महाराज जी का प्रकाश दिहाड़ा है, प्रकाश पुरब है। जो कि गुरपुरब नूं मनाउंदे होए संगतां वल्लों अखंड पाठ साहिब आरंभ कीते गए सन। धन धन श्री गुरु अमरदास महाराज जी, जिन्हां नूं सवैयां विच तेजो नंदन भले अमरदास, गुण तेरे तेरी उपमा तो है बण आवे। अनेका तरह के बचनों के नाल भट्टां ने सतगुरां की महिमा की है, जिन्हां दा जन्म मात लोक दे विच 5 मई 1479 नूं होया। माता लक्ष्मी जी अते पिता तेजभान जी और लंबा समा इन्हां ने हिंदू मत मुताबक गंगा की यात्रा भी की। लगभग 60-65 साल की उम्र तक ये हरिद्वार गंगा आदि भी जाते रहे। पर एक दिन परमेश्वर ने कृपा की। जदों परमेश्वर कृपा करते हैं तो मनुख नूं सोझी आउंदी है, फिर वो गुरु कोल आउंदा। धन धन श्री गुरु अमरदास जी रोजाना की तरह हर साल की तरह जब एक बार गंगा तो वापस आ रहे सन, तो इन्हां दे नाल एक होर गंगा का यात्री, जिन्हें इतिहास विच ब्रह्मचारी लिखे है, वो भी नाल आ रहा सी। धन गुरु अमरदास जी का जन्म नगर बासर के, जिथे इन्हां दा जन्म होया, तो ये 4 भाई सन। 4 भाइयों विचों एक सतगुरु अमरदास जी महाराज। इन्हां दा पिंड बासर के पहला आ गया। तो सतगुरां ने ब्रह्मचारी नूं बेनती की, जिवें आपां दोस्त मित्रता बन जाती है भी अज भाई साहब साडे कोल ही रुको, सुबह गाहां चले जाना। उदों लोग तुर के जाया करते सीगे, जिथे रात पै जाती उत्थे रात कट लेंदे, रुक जाते, फिर अगे चल पैंदे।
ਇਉਂ ਸਤਿਗੁਰਾਂ ਨੇ ਬ੍ਰਹਮਚਾਰੀ ਨੂੰ ਆਪਣੇ ਕੋਲ ਰੋਕ ਲਿਆ। ਸ਼ਾਮਾਂ ਦਾ ਪ੍ਰਸ਼ਾਦਾ ਪਾਣੀ ਬਣਿਆ, ਛਕਿਆ, ਫਿਰ ਪਲੰਘੇ ਡਾਹੇ ਗਏ, ਆਰਾਮ ਕਰਨ ਲਈ ਪੈ ਗਏ। ਤੋ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਧਾਰਮਿਕ ਖਿਆਲਾਂ ਦੀਆਂ। ਚਲਦੇ ਚਲਦੇ ਕਿਤੇ ਬ੍ਰਹਮਚਾਰੀ ਨੇ ਪੁੱਛ ਲਿਆ, ਬਈ ਅਮਰਦਾਸ ਤੇਰਾ ਗੁਰੂ ਕੌਣ ਹੈ? ਤੇ ਅਮਰਦਾਸ ਜੀ ਕਹਿੰਦੇ, ਆਪਾਂ ਨੂੰ ਗੁਰੂ ਕੀ ਲੋੜ ਹੈ? ਆਪਾਂ ਨੂੰ ਗੁਰੂ ਦੀ ਕੀ ਲੋੜ ਹੈ? ਕਈ ਗੰਗਾ ਦੇ ਯਾਤਰੀਆਂ ਨਾਲ ਵਾਹ ਪੈ ਜਾਂਦਾ, ਉਹਨਾਂ ਦਾ ਵੀ ਇਹੀ ਖਿਆਲ ਹੁੰਦਾ ਵੀ ਜਿਹੜਾ ਗੰਗਾ ਜਾਂਦਾ ਹੈ, ਜਿਹੜਾ ਗੰਗਾ ਦੇ ਜਲ ਵਿੱਚ ਇਸ਼ਨਾਨ ਕਰ ਲਿਆ, ਉਹਦੀ ਮੁਕਤੀ ਹੋ ਜੂਗੀ, ਉਹਨੂੰ ਕਿਸੇ ਗੁਰੂ ਦੀ ਲੋੜ ਨਹੀਂ। ਇਸੇ ਹੀ ਖਿਆਲ ਨੂੰ ਕਬੀਰ ਸਾਹਿਬ ਨੇ ਖੰਡਨ ਕੀਤਾ। ਤੁਸੀਂ ਗੰਗਾ ਦੇ ਇਸ਼ਨਾਨ ਦੀ ਤਾਂ ਗੱਲ ਕਰੋ, ਜੇ ਤੁਸੀਂ ਗੰਗਾ 'ਤੇ ਜਾ ਕੇ ਘਰ ਵੀ ਪਾ ਲਓ ਤਾਂ ਵੀ ਮੁਕਤੀ ਨਹੀਂ ਹੋ ਸਕਦੀ। ਕਿਉਂ ਮਹਾਰਾਜ? ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਗੰਗਾ 'ਤੇ ਬਹੁਤ ਲੋਕ ਰਹਿੰਦੇ ਹੋਣਗੇ, ਹਰਿਦੁਆਰ 'ਚ ਵਸਦੇ ਹੀ ਆ, ਪਰ ਕਬੀਰ ਸਾਹਿਬ ਜੀ ਕਹਿੰਦੇ ਹਰੀ ਦੀ ਭਗਤੀ ਤੋਂ ਬਗੈਰ ਮੁਕਤੀ ਨਹੀਂ ਹੋ ਸਕਦੀ। ਭਾਵੇਂ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਰਹਿਣ ਲੱਗ ਪਓ, ਰੋਜ਼ ਉੱਥੋਂ ਦਾ ਪਵਿੱਤਰ ਜਲ ਜਿਹਨੂੰ ਕਹਿੰਦੇ ਉਹ ਪੀਂਦੇ ਰਹੋ, ਪਰ ਭਗਤੀ ਬਿਨਾਂ ਗੱਲ ਨਹੀਂ ਬਣਨੀ। ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਪਲੰਘੇ 'ਤੇ ਬੈਠੇ ਆ, ਕੋਲ ਬ੍ਰਹਮਚਾਰੀ ਬੈਠਾ ਹੈ। ਬ੍ਰਹਮਚਾਰੀ ਕਹਿਣ ਲੱਗਿਆ, ਅਮਰਦਾਸ ਤੇਰਾ ਗੁਰੂ ਕੌਣ ਹੈ? ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਉਸ ਵੇਲੇ ਗੁਰੂ ਵਾਲੇ ਨਹੀਂ ਸੀ, ਕੇਵਲ ਗੰਗਾ ਦੇ ਯਾਤਰੀ ਸੀ। ਕਹਿਣ ਲੱਗੇ, ਬ੍ਰਹਮਚਾਰੀ ਜੀ ਆਪਾਂ ਨੂੰ ਗੁਰੂ ਦੀ ਕੀ ਲੋੜ ਹੈ? ਆਪਾਂ ਤਾਂ ਗੰਗਾ 'ਤੇ ਜਾਂਦੇ ਹਾਂ। ਤਾਂ ਕਹਿੰਦੇ ਬ੍ਰਹਮਚਾਰੀ ਇਹ ਗੱਲ ਸੁਣ ਕੇ ਇੱਕਦਮ ਮੰਜੇ ਤੋਂ ਉੱਠ ਕੇ ਬੈਠਾ ਹੋ ਗਿਆ, ਖੜਾ ਹੋ ਗਿਆ, ਜੁੱਤੀ ਪਾ ਲਈ ਪੈਰਾਂ 'ਚ। ਅਮਰਦਾਸ ਜੀ ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਭਲਿਆ ਮਾਨਸਾ ਤੂੰ ਹਜੇ ਤੱਕ ਗੁਰੂ ਵਾਲਾ ਨਹੀਂ ਬਣਿਆ, ਨਗੁਰਾ ਹੀ ਫਿਰਦਾ। ਇੱਕ ਵਡਹੰਸ ਰਾਗ ਵਿੱਚ ਬਚਨ ਹੈ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬੱਪੜਾ। ਜੇ ਮੈਨੂੰ ਪਤਾ ਹੁੰਦਾ ਵੀ ਇਹ ਬਗਲਾ ਹੀ ਆ, ਬਾਹਰੋਂ ਹੀ ਚਿੱਟਾ ਲੱਗਦਾ ਹੈ, ਹੰਸਾਂ ਵਰਗਾ ਰੰਗ ਚਿੱਟਾ ਹੈ, ਮੈਂ ਤਾਂ ਸੋਚਿਆ ਕਿਤੇ ਹੰਸ ਹੋਣਾ, ਭਾਵ ਗੁਰੂ ਵਾਲਾ ਹੋਣਾ, ਬ੍ਰਹਮ ਗਿਆਨੀ ਹੋਣਾ, ਤਾਂ ਮੈਂ ਸੰਗਤ ਕੀਤੀ। ਜੇ ਜਾਣਾ ਬਗ ਬੱਪੜਾ, ਜਨਮ ਨਾ ਭੇੜੀ ਅੰਗ, ਜੇ ਮੈਨੂੰ ਪਤਾ ਹੁੰਦਾ ਮੈਂ ਸਾਰੀ ਜ਼ਿੰਦਗੀ ਇਹਦੀ ਸੰਗਤ ਨਾ ਕਰਦਾ। ਨਗੁਰੇ ਦੀ ਸੰਗਤ ਇੰਨੀ ਮਾੜੀ ਆ, ਗੁਰੂ ਵਾਲੇ ਬਣਨਾ ਚਾਹੀਦਾ ਜਲਦੀ। ਤੇ ਬ੍ਰਹਮਚਾਰੀ ਵੀ ਉੱਠ ਕੇ ਖੜਾ ਹੋ ਗਿਆ ਤੇ ਅਮਰਦਾਸ ਜੀ ਰੋਕਦੇ ਆ, ਕੀ ਗੱਲ ਭਾਈ ਸਾਹਿਬ ਚੱਲੇ ਹੋ? ਕਹਿੰਦੇ ਬਸ ਹੁਣ ਨਹੀਂ ਮੈਂ ਖੜਦਾ, ਮੈਨੂੰ ਪਤਾ ਲੱਗ ਗਿਆ ਤੇਰਾ, ਤੂੰ ਹਜੇ ਗੁਰੂ ਵਾਲਾ ਨਹੀਂ ਬਣਿਆ। ਬੰਦੇ ਨੂੰ ਗੁਰੂ ਵਾਲੇ ਬਣਨਾ ਚਾਹੀਦਾ, ਕਿਉਂਕਿ ਮਨੁੱਖਾ ਜਨਮ ਮਿਲਿਆ ਵੀ ਗੁਰੂ ਵਾਲੇ ਬਣਨ ਵਾਸਤੇ ਹੀ ਆ। 84 ਲੱਖ ਜੂਨਾਂ ਚੋਂ ਕੱਢ ਕੇ ਪਰਮੇਸ਼ਰ ਨੇ ਸਾਨੂੰ ਮਨੁੱਖ ਬਣਾਇਆ ਹੈ, ਤੇ ਮਨੁੱਖ ਬਣ ਕੇ ਅਸੀਂ ਗੁਰੂ ਕੋਲੇ ਆਈਏ ਤੇ ਗੁਰੂ ਨੂੰ ਪੁੱਛੀਏ, ਉਪਦੇਸ਼ ਲਈਏ, ਸਿਮਰਨ ਲਈਏ, ਭਜਨ ਬੰਦਗੀ ਲਈਏ, ਗੁਰੂ ਦੇ ਕੋਲੋਂ ਗੁਰਮੰਤਰ ਲਈਏ, ਤੇ ਫਿਰ ਉਸ ਗੁਰਮੰਤਰ ਦਾ ਜਾਪ ਕਰਦੇ ਹੋਏ ਟੇਢੀਆਂ ਜੂਨਾਂ ਚੋਂ ਨਿਕਲ ਕੇ ਪਰਮੇਸ਼ਰ ਕੋਲ ਜਾਈਏ। ਜੇ ਮਨੁੱਖ ਨੇ ਇਹ ਨਹੀਂ ਕੀਤਾ, ਫਿਰ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ। ਪਾਤਸ਼ਾਹ ਕਹਿੰਦੇ ਅਸੀਂ ਮਨੁੱਖਾ ਜਨਮ ਵਿੱਚ ਆਇਆ ਉਸੇ ਨੂੰ ਜਾਣਦੇ ਹਾਂ ਜਿਹੜਾ ਆਪਣੀ ਰਸਨਾ ਨਾਲ ਪਰਮੇਸ਼ਰ ਦਾ ਨਾਮ ਜਪਦਾ, ਜਿਹੜਾ ਹਰੀ ਦਾ ਜਸ ਕਰਦਾ। ਤੇ ਬ੍ਰਹਮਚਾਰੀ ਇੱਕਦਮ ਉੱਠ ਕੇ ਤੁਰ ਗਿਆ ਮੰਜੇ ਤੋਂ। ਫਿਰ ਤੁਸੀਂ ਸੋਚ ਕੇ ਦੇਖੋ ਵੀ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ
ਅੱਧੀ ਰਾਤ ਨੂੰ ਉੱਠ ਕੇ ਤੁਰ ਜੇ ਘਰੋਂ ਕਿ ਗੁੱਸਾ ਕਰਕੇ, ਤੇ ਕਿੰਨਾ ਚਿੰਤਾ ਪੈਦਾ ਹੋਊਗੀ ਫਿਰ। ਪਰ ਕਾਰਨ ਉਦੋਂ ਵੀ ਵੱਡਾ ਹੈ, ਇਸੇ ਕਰਕੇ ਤੁਰ ਗਿਆ ਉੱਠ ਕੇ। ਉਹ ਕਹਿਣ ਲੱਗਿਆ ਮੈਂ ਤਾਂ ਨਗੁਰੇ ਦੀ ਸੰਗਤ ਕਰਕੇ ਆਪਣੀ ਯਾਤਰਾ ਦਾ ਫਲ ਹੀ ਖਰਾਬ ਕਰ ਲਿਆ, ਜਿਵੇਂ ਉਹਨਾਂ ਦਾ ਖਿਆਲ ਹੈ। ਜੇ ਮੈਨੂੰ ਪਤਾ ਹੁੰਦਾ ਬਈ ਤੂੰ ਹਜੇ ਗੁਰੂ ਵਾਲਾ ਬਣਿਆ ਨਹੀਂ, ਨਗੁਰਾ ਹੀ ਆ, ਮੈਂ ਤਾਂ ਤੈਨੂੰ ਹੰਸ ਜਾਣ ਕੇ ਸੰਗਤ ਕਰ ਲਈ। ਗਾਂਹ ਜਾ ਕੇ ਪਤਾ ਲੱਗਿਆ ਜਦੋਂ ਮਾਨਸਰੋਵਰ 'ਤੇ ਬੈਠਣ ਦੀ ਬਜਾਏ ਛਪੜੀ 'ਤੇ ਬਹਿ ਕੇ ਡੱਡੂਆਂ ਨੂੰ ਮੱਛੀਆਂ ਨੂੰ ਖਾਣ ਲੱਗਿਆ। ਜੀਵਨ ਤੋਂ ਪਤਾ ਲੱਗਦਾ ਨਾ ਬੰਦੇ ਦਾ ਵੀ ਕਿਹੋ ਜਿਹਾ ਹੋਵੇਗਾ। ਜਾਂ ਬੋਲਬਾਣੀ ਤੋਂ ਪਤਾ ਲੱਗ ਜਾਂਦਾ, ਜਾਂ ਬੋਲਿਆ ਤਾਂ ਕੱਢਿਆ ਵਿਚਾਰ। ਜਦੋਂ ਬੋਲਦਾ ਬੰਦਾ ਉਦੋਂ ਪਤਾ ਲੱਗਦਾ ਵੀ ਕਿਹੋ ਜਿਹਾ ਹੋਊ ਵਿੱਚੋਂ। ਇਸ ਕਰਕੇ ਬ੍ਰਹਮਚਾਰੀ ਤਾਂ ਚਲਿਆ ਗਿਆ, ਪਰ ਮੁੜ ਕੇ ਸਾਰੀ ਰਾਤ ਅਮਰਦਾਸ ਮਹਾਰਾਜ ਜੀ ਨੂੰ ਨੀਂਦ ਨਹੀਂ ਆਈ। ਜਦ ਨੀਂਦ ਨਾ ਆਈ, ਚਿੰਤਾ ਦੇ ਵਿੱਚ ਸਾਰੀ ਰਾਤ ਉਸਲ ਵੱਟੇ ਲੈਂਦਿਆਂ ਤੁਰਦਿਆਂ ਫਿਰਦਿਆਂ ਰਾਤ ਲੰਘੀ। ਤੜਕੇ 4 ਵਜੇ ਤੇ ਇਹਨਾਂ ਦੇ ਕੰਨ ਵਿੱਚ ਇੱਕ ਆਵਾਜ਼ ਪਈ, ਮਿੱਠੀ ਸੁਰ ਦੇ ਵਿੱਚ, ਮਿੱਠੀ ਆਵਾਜ਼ ਦੇ ਵਿੱਚ ਕੋਈ ਬਾਣੀ ਉਚਾਰ ਰਿਹਾ। ਇਹਨਾਂ ਨੇ ਨੇੜੇ ਹੋ ਕੇ ਦੇਖਿਆ, ਪਤਾ ਲੱਗਿਆ ਕਿ ਇਹ ਤਾਂ ਮੇਰੀ ਭਤੀਜ ਨੂੰਹ ਹੈ, ਬੀਬੀ ਅਮਰੋ, ਜੋ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਸੀ ਔਰ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਪਹਿਲਾਂ ਕਦੇ ਗੌਰ ਹੀ ਨਹੀਂ ਕੀਤੀ ਹੋਣੀ। ਅੱਜ ਤਾਂ ਰਾਤ ਨੂੰ ਨੀਂਦ ਨਹੀਂ ਨਾ ਆਈ, ਅੱਗੇ ਸੁੱਤੇ ਰਹਿੰਦੇ ਹੋਣਗੇ, ਦਿਨ ਚੜ੍ਹੇ ਜਾਂ ਲੇਟ ਉੱਠਦੇ ਹੋਣਗੇ, ਪਰ ਅੱਜ ਸਾਰੀ ਰਾਤ ਨੀਂਦ ਨਹੀਂ ਆਈ। ਜਾਂ 4 ਵਜੇ ਤੇ ਇਹ ਧੁਨ ਕੰਨ ਵਿੱਚ ਪਈ ਬਾਣੀ ਦੀ, ਬਾਣੀ ਦੇ ਬਚਨਾਂ ਨੇ ਖਿੱਚਿਆ ਅਮਰਦਾਸ ਜੀ ਨੂੰ, ਤੇ ਅਮਰਦਾਸ ਜੀ ਉੱਥੇ ਪਹੁੰਚ ਗਏ ਜਿੱਥੇ ਬੀਬੀ ਰਸੋਈ 'ਚ ਬੈਠੀ ਨਾਲ ਤਾਂ ਮਧਾਣੀ ਚਲਾ ਰਹੀ ਸੀ, ਦੁੱਧ ਰਿੜਕ ਰਹੀ ਸੀ ਤੜਕੇ 4 ਵਜੇ, ਤੇ ਨਾਲੇ ਮਿੱਠੀ ਧੁਨ ਵਿੱਚ ਬਾਣੀ ਜਪਜੀ ਸਾਹਿਬ, ਆਸਾ ਦੀ ਵਾਰ ਦੇ ਬਚਨ, ਹੋਰ ਜੋ ਗੁਰੂ ਆਪਣੇ ਪਿਤਾ ਗੁਰੂ ਤੋਂ ਯਾਦ ਕੀਤੇ ਸਨ ਉਹ ਗਾ ਰਹੀ ਸੀ। ਪਰ ਲੱਗਦੀ ਨੋ ਸੀ, ਇਸ ਕਰਕੇ ਸਾਈਡ 'ਤੇ ਖੜ੍ਹ ਕੇ ਸੁਣਦੇ ਰਹੇ ਵੀ ਡਿਸਟਰਬ ਨਾ ਕਰਾਂ, ਇਹਦਾ ਵੀ ਭਜਨ ਭੰਗ ਹੋ ਜਾਊਗਾ ਤੇ ਨਾਲੇ ਆਪਾਂ ਸੁਣ ਲੈਂਦੇ ਹਾਂ। ਤੇ ਜਦੋਂ ਦਿਨ ਚੜ੍ਹਿਆ, ਘੰਟਾ 1.5 ਘੰਟਾ ਦੁੱਧ ਰਿੜਕਿਆ ਗਿਆ, ਬੀਬੀ ਦਾ ਪਾਠ ਵੀ ਪੂਰਾ ਹੋ ਗਿਆ, ਮਧਾਣੀ ਛੱਡ ਕੇ ਬਾਹਰ ਨਿਕਲੀ ਰਸੋਈ 'ਚੋਂ ਤਾਂ ਕੀ ਵੇਖਦੀ ਹੈ ਕਿ ਚਾਚਾ ਸਹੁਰਾ ਮੇਰਾ ਬਾਹਰ ਖੜ੍ਹਾ ਹੈ। ਕਹਿਣ ਲੱਗੀ ਬਾਪੂ ਜੀ ਤੁਸੀਂ ਇੱਥੇ ਕਿਵੇਂ? ਕਹਿੰਦੀ ਬੇਟਾ ਤੂੰ ਇਹ ਕੀ ਗਾ ਰਹੀ ਸੀ? ਆਪਾਂ ਸ਼ਬਦ ਵੀ ਨਾਲ ਨਾਲ ਜੋੜੀਏ ਇਸ ਦੇ। ਪੌੜੀ ਜੋ 4ਥੇ ਪਾਤਸ਼ਾਹ ਦੀ ਹੈ, ਕਹਿੰਦੀ ਆਓ ਹਰੀ ਦੇ ਪਿਆਰਿਓ, ਹਰ ਕੇ ਸੰਤ ਜੁਣੋ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ। ਮੈਂ ਤੁਹਾਨੂੰ ਹਰੀ ਦੇ ਪਿਆਰੇ ਸਤਿਗੁਰ ਦੀ ਇੱਕ ਸਾਖੀ ਸੁਣਾਵਾਂ। ਤੇ ਸਾਖੀ ਸੁਣਾਉਣ ਦਾ ਤੇ ਸੁਣਨ ਦਾ ਮਤਲਬ ਕੋਈ ਕੰਨ ਰਸ ਨਹੀਂ ਹੈ। ਉਹ ਦੁਨੀਆ ਬਾਤਾਂ ਪਾਉਂਦੀ ਆ, ਕੰਨ ਰਸ ਵਾਸਤੇ ਗੀਤ ਗਾਉਂਦੀ ਆ, ਪਰ ਇਹ ਕੰਨ ਰਸ ਵਾਸਤੇ ਥੋੜ੍ਹਾ ਹੀ ਆ। ਫਿਰ ਇਹ ਕਾਹਦੇ ਵਾਸਤੇ ਆ? ਇਹ ਤਾਂ ਜੀਵਨ ਦਾ ਭਲਾ ਕਰਨ ਵਾਲੀ ਹੈ। ਮਹਾਰਾਜ ਕਿਹੜੀ ਸਾਖੀ ਆ? ਕਹਿੰਦੇ ਸਤਿਗੁਰਾਂ ਦੇ ਜੀਵਨ। ਆਓ ਸੁਣਾਵਾਂ। ਜਿਸ ਤੁਰ ਭਾਗ ਹੋਵੇ ਮੁਖ ਮਸਤਕ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹ ਮੁੱਖ ਦੇ ਰਾਹੀਂ ਉਸ ਬਚਨਾਂ ਨੂੰ ਗਾਉਂਦੇ ਹੈ ਤੇ ਮਸਤਕ ਸੁਰਤੀ ਵਿੱਚ ਉਹਨੂੰ ਵਸਾਉਂਦੇ ਹੈ। ਤਿੰਨ ਜਨ ਲੈ ਹਿਰਦੈ ਰਾਖੀ, ਹਿਰਦੇ ਵਿੱਚ ਵਸਾਉਂਦੇ ਆ ਉਹਨਾਂ ਬਚਨਾਂ ਨੂੰ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ, ਇਹ ਹਰੀ ਦੀ ਅੰਮ੍ਰਿਤਮਈ ਕਥਾ ਸ੍ਰੇਸ਼ਟ ਸਰੇਸ਼ਟ। ਇਸ਼ਟ ਹੁੰਦਾ ਗੁਰੂ, ਤੇ ਗੁਰੂ ਦਾ ਜੀਵਨ ਉਸ ਤੋਂ ਵੀ ਸ੍ਰੇਸ਼ਟ ਹੈ। ਕਹੋ ਸਤਨਾਮ। ਜੀਵਨ ਕਰਕੇ ਅਸੀਂ ਚੰਗੇ ਆ, ਜੀਵਨ ਕਰਕੇ ਮਾੜੇ ਆ। ਸੱਚੋਂ ਉਰੇ ਸਭ ਕੋ, ਪ੍ਰੀਤਮ ਦਾ ਬਚਨ ਹੈ ਕਿ ਸਾਰੀ ਦੁਨੀਆ ਸੱਚ ਤੋਂ ਥੱਲੇ ਆ। ਫਿਰ ਆਪ ਹੀ ਬਚਨ ਕਰਦੇ ਨੇ ਮਹਾਰਾਜ ਸੱਚ ਤੋਂ ਉੱਤੇ ਵੀ ਕੋਈ ਹੈ? ਕਹਿੰਦੇ ਹਾਂ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਜਿਨ੍ਹਾਂ ਦੀ ਜ਼ਿੰਦਗੀ ਵੀ ਸੱਚ ਆ ਗਿਆ ਉਹ ਸੱਚ ਤੋਂ ਵੀ ਉੱਚੇ ਹੋ ਗਏ। ਸ੍ਰੇਸ਼ਟ ਨੂੰ ਜਦ ਅਰਥ ਕਰਾਂਗੇ ਸਰ ਉੱਪਰ, ਉੱਚਾ,
इष्ट गुरु, गुरु का जीवन गुरु तो भी उच्चा है। गुरु दियाँ साखियाँ उच्चे सुच्चे जीवन दियाँ साखियाँ। हर अमृत कथा श्रेष्ठ उत्तम, गुर बचनी सहजे चाखी, तह भया प्रकाश। जिन्हां ने इन्हां साखियां नूं सुन के जीवन च धारण कर लिया। सुन साखी मन जा प्यार, आ मना तैनू प्यार नाल कुछ गुरु दियां साखियां सुनावां। अज गुरु अमरदास जी का प्रकाश दिहाड़ा भी है और गुरु के जीवन दियां कुछ झलकां आपां सरवण भी कर रहे हैं। जिन्हां दा जीवन लगभग 100 तो उत्ते सी, 100 साल तो, पर अपने साल दे अपने जीवन दे कुछ साल उन्होंने रामदास जी नूं भी दे दिते। वेखो ये गुरु विच पावर है। खैर कहंदे जिथे ये साखियां भाव गुरु की जीवनी सुन के हिरदे विच वसा लीए। सुन साखी मन जा प्यार, अजामल उधरिया कह एक बार। अजामल ने एक बारी नरैण कहा तो भार उतर गया। गणका उधरी गणका वेसवा, तोते नूं नाम जपाउंदी जपाउंदी टप गई। गणका उधरी हर कहे तोत, मन सिमर तू होहे मोख। मना तू भी सिमरिया कर, तेरी भी मुक्ति हो सकती है। इस करके आओ गुरु अमरदास जी के जीवन दियां कुछ झलकां आपां सरवण करते हाँ। ते जिथे ये वस गया तह भया प्रकाश, मिटिया अंधियारा। जो सूरज रैन की राखी, जिमें सूरज दियां किरणां जदों ही धरती ते आउंदियां रात भज जाती है, हनेरा भज जाता है। इस तरह अज्ञानता खत्म हुई तो ज्ञान हो गया। अज तक सतगुरु अमरदास जी को पता ही नहीं सी भी गुरु वाले बनना चाहिए। सोचिया सी भी गंगा के यात्री आ, साडा की आ, सिर्फ तक गंगा च नहा के मुक्त हो जाएंगे। तो लगभग हिंदू मत में यही ख्याल आ, गंगा की टुबकी ला के आनी। कबीर साहब ने भी यह ख्याल देखा तो उन्होंने कहना पिया, कबीर गंगा तीर जो घर करे, पीवै निर्मल नीर। बिना हर भगत न मुक्त होए, इउं कह रवे कबीर। हरि की भगती तो बिना गल नहीं बननी। जे हरि की भगती करते हो तो फिर वो धरती भी वधिया बन जूगी जिथे परमेश्वर के प्यारे जाके बह जाते हैं। जिन्हों जिस धरती नूं हिंदू मत के लोगों ने मगहर की धरती, मगहर की भूमि कहा सीगा बई जिहड़ा उत्थे जाके मरूगा, जिहड़ा उत्थे वसूगा, वो गधे की जून च पऊगा। तो कबीर साहब ने यह भरम कढ़न वास्ते जान बुझ के गंगा दे विच वसदियां वसदियां आखिरी समा संगतां नूं सेवकां नूं कहने भी चलो मित्रों समान चक्को। क्यों आपां उत्थे चलांगे मगहर की भूमि च। हुण क्यों पंडित तां कहंदे उत्थे जाके मरन वाला गधा बनदा है। कहने फिर भगती का की फल होया। को सतनाम यही तो लोगों को दसना है भी परमेश्वर की भगती उत्तम है। धरती कोई चंगी माड़ी नहीं, बंदे दे कर्म चंगे माड़े हो सकते हैं। धरती सारी वधिया, जिथे रब दे प्यारे जाके बह जान वो धरती दुनिया में प्रगट हो जाती है। सगल जन्म शेपुरी गवाया, सारी उम्र शेपुरी च कट्टी, गंगा च कट्टी, हरिद्वार कट्टी। मरती वार मगहर उठ आया। पातशाह कबीर साहब जी कहते गंगा मगहर समविचारी मेरे वास्ते बराबर है, कोई फर्क नहीं पैंदा। लोगों का यह भरम कढ़न वास्ते कई सिखां नूं, ਸਿੰਘਾਂ नूं, भगतां नूं, गुरुआं नूं कई कुर्बानियां करनियां पईयां। कोई सतनाम सी गंगा नूं छड्ड के, हरिद्वार नूं छड्ड के आखिरी समय मगहर भूमि ते जाके वसे। ते लोकां नूं दस्सिया भी कोई इत्थे रहण नाल गधा नहीं बनदा, गधा वो बनू जिहड़ा नाम नहीं जपदा। कोई सतनाम श्री चाहे वह गंगा ते वस के जिंदगी पर चाह विच भी गंगा का पानी पावे, दुध च भी गंगा का पानी पा के पीवे, पानी दिन रात पीवे, पर जे भगती नहीं करता वो कदे भी मुक्त नहीं हो सकता। को सतनाम श्री गंगा तीर जो घर करे, पीवे निर्मल नीर, बिन हर भगत न मुक्त होए, इउं कह रमे कबीर। कबीर साहब जी अगे बख्शिश करते हैं। सतगुरु महाराज
ਜਦੋਂ ਹੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਭਤੀਜ ਨੂੰਹ ਦੇ ਕੋਲੋਂ ਗੁਰਬਾਣੀ ਸੁਣੀ, ਜੋ ਉਹਨਾਂ ਦੀ ਨੂੰਹ ਨੇ ਆਪਣੇ ਪਿਤਾ ਤੋਂ ਸਿੱਖੀ ਸੀ, ਗੁਰੂ ਅੰਗਦ ਦੇਵ ਜੀ ਤੋਂ। ਤੇ ਗੁਰੂ ਅਮਰਦਾਸ ਜੀ ਕਹਿੰਦੇ, ਬੇਟਾ ਇਹ ਕਿਹਦੀ ਬਾਣੀ ਹੈ, ਤੂੰ ਕੀ ਗਾ ਰਹੀ ਸੀ? ਤੇ ਬੇਟੇ ਨੇ ਕਿਹਾ, ਬਾਪੂ ਜੀ ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੈਂ ਗਾ ਰਹੀ ਸੀ। ਤੇ ਫਿਰ ਪੁੱਛਦੇ ਆ, ਬੇਟਾ ਇਹ ਗੁਰੂ ਨਾਨਕ ਜੀ ਕਿੱਥੇ ਨਾ? ਉਹਨਾਂ ਦੇ ਸਮੇਂ 'ਚ ਸਤਿਗੁਰੂ ਨਾਨਕ ਦੇਵ ਜੀ ਦੁਨੀਆ 'ਚ ਆਏ। ਗੁਰੂ ਨਾਨਕ ਦੇਵ ਜੀ 1469 'ਚ ਆਏ, ਗੁਰੂ ਅਮਰਦਾਸ ਜੀ 1479 'ਚ ਆਏ, ਪਰ ਮਿਲਾਪ ਨਹੀਂ ਹੋਇਆ ਇੰਨਾ ਚਿਰ। ਕਹੋ ਸਤਨਾਮ ਸ੍ਰੀ। ਤੇ ਜਦੋਂ ਪੁੱਛਿਆ ਵੀ ਕਿੱਥੇ ਨੇ ਗੁਰੂ ਨਾਨਕ ਦੇਵ ਜੀ, ਕਹਿੰਦੇ ਉਹ ਤਾਂ ਜੋਤੀ ਜੋਤ ਸਮਾ ਗਏ, ਸਰੀਰ ਤਿਆਗ ਗਏ। ਫਿਰ ਪਛਤਾਤਾਪ ਕਰਨ ਲੱਗੇ, ਪਛਤਾਉਣ ਲੱਗੇ ਵੀ ਉਹ ਐਸਾ ਸਤਿਗੁਰੂ, ਐਸੀ ਬਾਣੀ ਰਚਣ ਵਾਲਾ ਆਇਆ ਤੇ ਮੈਂ ਮਿਲ ਨਾ ਸਕਿਆ। ਪਛਤਾਉਂਦਿਆਂ ਨੂੰ ਵੇਖ ਕੇ ਬੀਬੀ ਅਮਰੋ ਪੁੱਛਦੀ ਹੈ, ਬਾਪੂ ਜੀ ਗੱਲ ਕੀ ਹੋ ਗਈ? ਕਹਿੰਦੇ, ਬੇਟਾ ਗੱਲ ਆ ਹੋ ਗਈ, ਜਿਹੜਾ ਕੱਲ੍ਹ ਮੇਰੇ ਨਾਲ ਬ੍ਰਹਮਚਾਰੀ ਆਇਆ ਸੀ ਰਾਤ, ਤੇ ਉਹ ਰਾਤ ਅੱਧੀ ਰਾਤ ਨੂੰ ਮੈਨੂੰ ਛੱਡ ਕੇ ਤੁਰ ਗਿਆ ਗੁੱਸੇ 'ਚ ਆ ਕੇ। ਕਿਉਂ? ਮੈਨੂੰ ਕਹਿੰਦਾ ਤੂੰ ਨਗੋਰਾ ਹਜੇ ਗੁਰੂ ਵਾਲਾ ਨਹੀਂ ਬਣਿਆ। ਕਹੋ ਸਤਨਾਮ ਸ੍ਰੀ। ਤੇ ਮੈਂ ਤਾਂ ਗੁਰੂ ਵਾਲਾ ਬਣਨਾ ਸੀਗਾ। ਤੇ ਬੀਬੀ ਅਮਰੋ ਕਹਿਣ ਲੱਗੀ, ਬਾਪੂ ਜੀ ਫਿਰ ਕੀ ਹੋਇਆ? ਮੇਰੇ ਪਿਤਾ ਜੀ ਉਹ ਡਿਊਟੀ ਨਿਭਾ ਰਹੇ ਨੇ, ਤੁਸੀਂ ਖਡੂਰ ਸਾਹਿਬ ਜਾਓ ਤੇ ਉਹਨਾਂ ਦੇ ਕੋਲ ਜਾਓ, ਚਰਨੀ ਲੱਗੋ ਤੇ ਉਹਨਾਂ ਦੇ ਕੋਲੋਂ ਨਾਮ ਉਪਦੇਸ਼ ਲੈ ਕੇ, ਸਿਮਰਨ ਲੈ ਕੇ ਜਪਿਆ ਕਰੋ, ਬਸ ਗੁਰੂ ਵਾਲੇ ਬਣ ਜਾਓਗੇ। ਤੇ ਗੁਰੂ ਅਮਰਦਾਸ ਜੀ ਕਹਿੰਦੇ, ਬੇਟਾ ਮੈਨੂੰ ਫਿਰ ਲੈ ਕੇ ਚੱਲ ਉੱਥੇ, ਮੈਂ ਇਕੱਲਾ ਕਿਵੇਂ ਜਾਵਾਂ, ਤੂੰ ਛੱਡ ਕੇ ਆ। ਕੋਈ ਨਾ ਕੋਈ ਗੁਰਮੁਖ ਹੀ ਸਾਨੂੰ ਅੱਗੇ ਜੋੜਦਾ, ਪਹਿਲਾਂ ਕੋਈ ਨਾ ਕੋਈ ਰੱਬ ਦਾ ਪਿਆਰਾ ਹੀ ਟੱਕਰਦਾ, ਉਹਦੇ ਕੋਲ ਸਾਨੂੰ ਪਤਾ ਲੱਗਦਾ, ਫਿਰ ਅਸੀਂ ਉਹਦੇ ਰਾਹੀਂ ਮਿਲਦੇ ਹਾਂ ਗੁਰੂ ਨੂੰ, ਫਿਰ ਗੁਰੂ ਦੇ ਰਾਹੀਂ ਮਿਲਦੇ ਹਾਂ ਪਰਮੇਸ਼ਰ ਨੂੰ, ਤੇ ਜੰਮਣਾ ਮਰਨਾ ਭਟਕਣਾ ਖਤਮ ਹੋ ਜਾਂਦਾ। ਤਾਂ ਬੀਬੀ ਅਮਰੋ ਅੱਗੋਂ ਕਹਿਣ ਲੱਗੀ, ਬਾਪੂ ਜੀ ਮੈਨੂੰ ਤਾਂ ਇਹ ਹੁਕਮ ਹੈ ਬਾਪੂ ਪਿਤਾ ਦਾ, ਬਈ ਸੱਦੇ ਤੋਂ ਬਿਨਾਂ ਆਉਣਾ ਨਹੀਂ ਤੇ ਭੇਜੇ ਤੋਂ ਬਗੈਰ ਜਾਣਾ ਨਹੀਂ, ਤੇ ਮੈਂ ਕਿਵੇਂ ਜਾਵਾਂ? ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਬੇਟਾ ਜੀ ਉਹ ਸਤਿਗੁਰੂ ਹੈ ਤੇ ਸਭ ਦੇ ਹਿਰਦਿਆਂ ਦੀਆਂ ਜਾਣਦਾ, ਤੂੰ ਮੈਨੂੰ ਲੈ ਕੇ ਚੱਲ। ਤੇ ਬੀਬੀ ਅਮਰੋ ਸਤਿਗੁਰੂ ਅਮਰਦਾਸ ਜੀ ਨੂੰ ਨਾਲ ਲੈ ਕਰਕੇ ਜਦ ਖਡੂਰ ਸਾਹਿਬ ਆਪਣੇ ਪੇਕੇ ਘਰ ਦੇ ਨੇੜੇ ਪਹੁੰਚੀ, ਤੇ ਅਮਰਦਾਸ ਜੀ ਨੂੰ ਬਾਹਰ ਖੜਾ ਕਰਕੇ ਅੰਦਰ ਚਲੇ ਗਏ। ਜਦੋਂ ਅੰਦਰ ਗਈ ਬੀਬੀ ਅਮਰੋ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ, ਬੇਟਾ ਜਿਨ੍ਹਾਂ ਦੀ ਬਾਂਹ ਫੜ ਕੇ ਲਿਆਈਏ ਰਾਹ 'ਚ ਨਹੀਂ ਛੱਡੀ ਦੇ, ਜਾ ਉਹਨਾਂ ਨੂੰ ਅੰਦਰ ਲੈ ਕੇ ਆ। ਦੱਸ ਦਿੱਤਾ ਨਾ ਬਈ ਇਹਨਾਂ ਦੇ ਨਾਲ ਮੇਰਾ ਕੁੜਮ ਆਇਆ, ਵੈਸੇ ਰਿਸ਼ਤੇਦਾਰੀ ਕੁੜਮੋ ਕੁੜਮੀ ਦੀ ਆ। ਤੇ ਜਦ ਬੀਬੀ ਉਹਨਾਂ ਨੂੰ ਫਿਰ ਬਾਹਰੋਂ ਆ ਕੇ ਅੰਦਰ ਲੈ ਕੇ ਗਈ, ਤੇ ਗੁਰੂ ਅਮਰਦਾਸ ਜੀ ਉਹਨਾਂ ਦੇ ਪੈਰਾਂ ਤੇ ਮੱਥਾ ਟੇਕਣ ਲੱਗੇ ਨਾ ਜਦ, ਕਿਉਂਕਿ ਸ਼ਰਨ 'ਚ ਆਏ ਅੱਜ। ਗੁਰੂ ਅੰਗਦ ਦੇਵ ਜੀ ਨੇ ਕੁੜਮ ਜਾਣ ਕੇ ਮੰਜੇ ਤੋਂ ਉੱਠ ਕੇ, ਪਲੰਘੇ ਤੋਂ ਉੱਠ ਕੇ ਗਲਵੱਕੜੀ 'ਚ ਲੈਣਾ ਚਾਹਿਆ, ਮਿਲਣਾ ਚਾਹਿਆ, ਪਰ ਗੁਰੂ ਅਮਰਦਾਸ ਜੀ ਕਹਿੰਦੇ, ਨਹੀਂ ਜੀ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਤਾਂ ਇੱਕ ਸੇਵਕ ਬਣ ਕੇ ਆਇਆ। ਚਲੋ ਖੈਰ ਬੈਠ ਗਏ। ਕੀ ਗੱਲ ਹੋ ਗਈ ਅਮਰਦਾਸ ਜੀ? ਮਹਾਰਾਜ ਮੈਨੂੰ ਆਪਣੇ ਚਰਨੀ ਲਾਓ, ਜੋ ਸ਼ਰਨ ਆਵੇ ਤਿਸ ਕੰਠ ਲਗਾਵੇ। ਅੰਗਦ ਦੇਵ ਤਾਂ ਪਹਿਲੇ ਗਲੇ ਲਾਉਣ ਨੂੰ ਫਿਰਦੇ ਨੇ, ਪਰ ਇਹਨਾਂ ਨੇ ਪਹਿਲਾਂ ਬੇਨਤੀ ਕੀਤੀ, ਮੈਂ ਤੁਹਾਡੇ ਚਰਨਾਂ ਦੀ ਸ਼ਰਨ 'ਚ ਆਇਆ ਅੱਜ ਮਹਾਰਾਜ, ਮੈਂ ਅੱਜ ਕੁੜਮ ਬਣ ਕੇ ਨਹੀਂ ਆਇਆ। ਔਰ ਕੁੜਮ ਵੀ ਮੁੰਡੇ ਵਾਲੇ ਪਾਸਿਓਂ, ਸੰਸਾਰ ਦਾ ਇਹ ਹਿਸਾਬ ਕਿਤਾਬ ਹੈ, ਮੁੰਡੇ ਵਾਲੇ ਆਪਣੇ ਆਪ ਨੂੰ ਵੱਡਾ ਸਮਝਦੇ ਆ, ਕੁੜੀ ਵਾਲੇ ਨੂੰ ਛੋਟਾ ਸਮਝਦੇ ਆ। ਔਰ ਲੜਕੀ ਵਾਲਾ ਗੁਰੂ ਅਮਰਦਾਸ ਮੁੰਡੇ ਵਾਲੇ, ਬੀਬੀ ਅਮਰੋ ਗੁਰੂ ਅੰਗਦ ਦੀ ਪੁੱਤਰੀ, ਪਰ ਇਹਨੂੰ ਕਹਿੰਦੇ ਆ ਲੋਕ ਲਾਜ। ਇਹ ਲੋਕ ਲਾਜ ਲਾ ਕੇ ਸਿੱਟ ਕੇ ਆਏ ਨੇ ਬਾਹਰ। ਕਹੋ ਸਤਨਾਮ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜਿਆ ਕੋਈ, ਆ ਨਹੀਂ ਲੈ ਕੇ ਜਾਣਾ। ਵਿਸ਼ੇ ਵਕਾਰ, ਹੰਕਾਰ, ਲੋਕ ਲਾਜ, ਈਰਖਾ, ਦੋਈ ਦਵੈਤ, ਇਹ ਸਭ ਗੇਟ ਤੋਂ ਬਾਹਰ ਹੀ ਛੱਡ ਕੇ ਜਾਣਾ, ਅੰਦਰ ਇਕੱਲੇ ਹੋ ਕੇ ਜਾਣਾ। ਕਹੋ ਸਤਨਾਮ ਸ੍ਰੀ। ਲੋਕ ਲਾਜ ਨੂੰ ਬਾਹਰ ਸਿੱਟ ਕੇ ਗਏ ਨੇ। ਮੈਨੂੰ ਚਰਨੀ ਲਾਓ ਜੀ, ਮੈਂ ਤੁਹਾਡਾ ਅੱਜ ਸੇਵਕ ਬਣ ਕੇ ਆਇਆ। ਮੈਂ ਤਾਂ ਜ਼ਿੰਦਗੀ ਖਰਾਬ ਕਰ ਲਈ 60-65 ਸਾਲ ਦੀ, ਮੈਂ ਹਜੇ ਗੁਰੂ ਵਾਲਾ ਨਹੀਂ ਬਣਿਆ। ਕੱਲ੍ਹ ਇੱਕ ਬ੍ਰਹਮਚਾਰੀ ਤੋਂ ਪਤਾ ਲੱਗਿਆ ਮੈਨੂੰ। ਗੁਰੂ ਅੰਗਦ ਜੀ ਕਹਿੰਦੇ, ਠੀਕ ਹੈ ਕੋਈ ਨਹੀਂ ਭਾਈ ਸਾਹਿਬ, ਫਿਰ ਕੀ ਹੋਇਆ?
पर हुण गुरु सेवक दी यह जिहड़ी है रीत चल पई। गुरु अंगद देव जी दे कोल सेवा करन लग पे। जो भी लंगर की सेवा होर सेवा करते रहे। एक दिन गुरु अंगद देव जी कहने पुरखा, इन्होंने पुरखा कहा करते सी गुरु अमरदास जी नूं, कहने पुरखा साडे वास्ते ब्यासा तो पानी लिया कर इशनान करन लई। कहन लगे जी ठीक आ। बस वो दिन हद गागर सी तांबे जां पित्तल दी, वो चक लई। तड़के उठ के जल लैण जांदे आ और उत्थे जाके सोचते हैं भी जे मैं पहला इशनान कर लिया फिर तो मैं गुरु नूं बाहर च कराया, ये तो बेअदबी हो गई। जे मैं पहला इशनान कराउणा तो आप नहाता नहीं, ये भी ठीक नहीं, किवें करा। वो नाले की कीता, मोढे दे उत्ते गागर धर के सने गागर पानी विच वड़ जांदे आ ब्यासा दे नरी दे। और जिथे जाके गागर डुब जाती है उत्थे नाल ही आप दे तां उत्ते पानी पै ही जांदा धौण तक, ते नाल ही गागर भरी जाती है। दोने काम इकट्ठे करन लगे। उस तरह ही चोले सने ही विच वड़ जाते आ, उस तरह लिया के इशनान कराउंदे आ, फिर चोला निचोड़ लैंदे आ, अपना सुका लैंदे आ, पातशाह नूं जल दे दिंदे आ। चलदे आ समा बतीत हुंदा गया। 12 साल बतीत हो गए, 11 बतीत हो गए। 12वें च पैर पाया। इन्नी घालना सेवा बिना नागे, नेरी आवे मीह आवे गड़े आउण, लेकिन गुरु की सेवा च नागा नहीं पैन दिता उन्होंने। 11 साल पूरे हो गए, 12वें साल च पैर पिया। अज कहते बड़ा मीह पिया, बहुत ज़्यादा बारिश हुई है। गली दे विच चिक्कड़ है तो साइड तो लंघण लगे। बाबे फरीद ने इस विषय पर बड़ा सोहना कहा भी अज किवें करा, गुरुद्वारे जावां कि ना जावां। असीं भी सोच लैंदे आ कई बारी, को सतनाम श्री। पर बाबे फरीद नूं पुछिए। एक दिन फरीद ने भी देखिया अपने गुरु कोल जांदा सेवा च, ख्याल करदे न किवें करा। गलियां चिक्कड़ दूर घर नाल प्यारे ने हो, गलियां गिलियां हो गईयां, मीह पै गया। प्यारे दे नाल प्यार है, दोस्ती है। सतगुरु दे कोल मैं हुण जावां कि ना जावां, जे जाना तो कपड़े गिले हो जाणगे। को सतनाम श्री। नहीं जाता तो प्यार टुट जूगा। गलियां चिक्कड़ दूर कर नाल प्यारे ने हो, चलां तो भिजे कंबली राह तो टुटै ने हो। 2 मिनट सोच के उछले कूदे, खुश होए, नचे। कहने जा फरीद, पानी तो डर गया। फिर आप ही कहते भिजो सिजो कंबली, भिज जान दे कपड़े। अल्लाह बरसो में हो, महाराज मीह भी पाई चलो, मैं नहीं कहता बंद कर दो। भगतां ने कहण ते बंद भी हो जाता, ऐसी गल नहीं है, रुक भी जाता। पर भगत जी कहते मीह भी पाई जाओ, मेरे कपड़े भिज जान दे, कोई गल नहीं, मैं जाऊँगा। मेरा प्यार नहीं टुटना चाहिए गुरु नालों, मालक नालों। को सतनाम सी। भिजो सिजो कंबली, अल्लाह बरसो में हो, जाए मिला ते न सजना, टुटो ना ही नेहो। तो गुरु अमरदास जी ने लगातार 11 साल सेवा करदियां नूं हो गए, 12वें साल भी चल रहे हैं तो एक दिन मीह पै गया। 12वां साल भी अखीर दे नेड़े पहुंचे हुए हैं। इसे करके कहा जाता कि 12 साल सेवा की। तो गुरु प्यारे हो, मीह पिया तो गलियां भी चिक्कड़ है, तो जिदन चिक्कड़ है तो आप फिर गली की साइड तो टपते हैं। जिदन सुक्का जिहा हुंदा, उच्चे थां सुक्का हुंदा, विचाले मीह नीवा हुंदा है, उधर टप्पन लगे। तो कुदरती उत्थे एक जुलाहियां दा घर सी, ते जुलाहियां दे घर ने बार विच उन्होंने साइड ते करके किला गड्ढिया सीगा ताणी नूं सुकाउण वास्ते, पान देण वास्ते, ताणी सैट करन वास्ते। क्योंकि गली के विचाले नहीं गड्ढिया जांदा, लोकां टप्पना हुंदा, रोज़ विचाल दी टप्पदे सी। अज कुदरती साइड तो टप्पना पै गया, तो किले दे विच पैर रड़किया ते डिगे, तो डिगदियां डिगदियां गागर तो संभाल लई, पानी तो बचा लिया डुੱਲਣ तो, पर थल्ले वज के खड़का होया। जां खड़का होया तो चानचक असी खड़का सुन के पुछदियां कौन है।
ਤੇ ਜੁਲਾਹਾ ਕਹਿੰਦਾ ਕੌਣ ਹੈ? ਤੇ ਬੀਬੀ ਨੂੰ ਪਤਾ ਸੀ 12 ਸਾਲ ਤੋਂ ਇਸੇ ਗਲੀ ਚੋਂ ਟੱਪਦੇ ਆ। ਜੁਲਾਹੀ ਕਹਿਣ ਲੱਗੀ ਹੋਰ ਕੌਣ ਹੈ? ਅਮਰੂ ਨਥਾਵਾ, ਕੁੜਮਾਂ ਨੇ ਪਾਣੀ ਭਰਦਾ ਫਿਰਦਾ। ਇਹ ਲੋਕ ਲਾਜ ਤਾਂ ਆਪ ਜੀ ਦਾ ਤੋੜ ਕੇ ਆਏ ਨਾ, ਪਰ ਦੁਨੀਆ ਨੂੰ ਲੱਗਦੀ ਆ। ਚੋਕਰਾਂ ਮਾਰਨ ਵਾਲੇ ਨਹੀਂ ਹਟਦੇ। ਤੇ ਜਦੋਂ ਹੀ ਉਸ ਬੀਬੀ ਨੇ ਉੱਚੀ ਕਿਹਾ ਉਹ ਅਮਰੂ ਨਥਾਵਾ, ਕੁੜਮਾਂ ਨੇ ਪਾਣੀ ਭਰਦਾ ਫਿਰਦਾ, ਤੇ ਇਹਨਾਂ ਦੇ ਕੰਨ 'ਚ ਆਵਾਜ਼ ਪਈ ਤੇ ਪਤਾ ਲੱਗ ਗਿਆ ਵੀ ਜੁਲਾਹੀ ਬੋਲੀ ਆ। ਕਹਿਣ ਲੱਗੇ ਝੱਲੀਏ ਮੈਨੂੰ ਤਾਂ ਥਾਂ ਮਿਲ ਗਿਆ, ਤੂੰ ਆਪਦਾ ਇੰਤਜ਼ਾਮ ਕਰ ਲਾ ਹੁਣ। ਕਹੋ ਸਤਨਾਮ। ਗੁਰਮੁਖ ਇਹੀ ਕਹਿੰਦੇ ਨੇ ਗੁਰੂ ਵਾਲੇ ਬਣੋ। ਉਹਨਾਂ ਨੇ ਅੱਗੋਂ ਇਹ ਤਾਂ ਨਹੀਂ ਕਿਹਾ, ਕੋਈ ਉਹਨਾਂ ਨੂੰ ਚੋਟ ਤਾਂ ਨਹੀਂ ਲਾਈ ਨਾ, ਸਮਝਾਇਆ ਹੀ ਆ ਪਿਆਰ ਨਾਲ। ਪਰ ਇੱਧਰ ਸੇਵਾ ਜਿਹੜੀ 11 ਸਾਲ ਕੀਤੀ ਤੇ ਜਵਾਨ ਦੇ ਉੱਤੇ ਸਰਸਵਤੀ ਪਰਮੇਸ਼ਰ ਦੀ ਕਿਰਪਾ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਸਾਧ ਜੇ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਕਹੋ ਸਤਨਾਮ। ਬਸ ਫਿਰ ਕੀ ਸੀਗਾ? ਜਾਂ ਝੱਲੀ ਕਿਹਾ ਤੇ ਉਹ ਜੁਲਾਹੀ ਕਮਲੀ ਹੋ ਗਈ, ਕਮਲ ਮਾਰਨ ਲੱਗ ਪਈ। ਜਦੋਂ ਕਿਹਾ ਝੱਲੀਏ ਸਾਨੂੰ ਤਾਂ ਥਾਂ ਮਿਲ ਗਈ, ਅਸੀਂ ਹੁਣ ਨਥਾਵੇਂ ਨਹੀਂ। ਠੀਕ ਹੈ, ਜਦੋਂ ਗੰਗਾ ਕੰਨੀ ਜਾਂਦੇ ਸੀ ਗੁਰੂ ਵਾਲੇ ਕੋਲੇ ਨਹੀਂ ਸੀ ਆਏ, ਉਦੋਂ ਥਾਂ ਨਹੀਂ ਸੀ ਮਿਲਿਆ ਸਾਨੂੰ, ਹੁਣ ਮਿਲ ਗਿਆ। ਤੂੰ ਆਪਦਾ ਇੰਤਜ਼ਾਮ ਕਰ। ਇੰਨੀ ਗੱਲ ਕਹਿ ਕੇ ਆਪਦੀ ਗਾਗਰ ਸੰਭਾਲੀ ਤੇ ਗੁਰੂ ਸਾਹਿਬ ਨੂੰ ਲਿਆ ਕੇ ਇਸ਼ਨਾਨ ਕਰਾਤਾ। ਤੇ ਮਗਰੋਂ ਦਿਨ ਚੜ੍ਹਿਆ ਤੇ ਜੁਲਾਹਾ ਆਪਣੀ ਕਮਲੀ ਹੋਈ ਜੁਲਾਹੀ ਨੂੰ ਬਾਲ ਖੰਡਿਆਏ ਆ, ਕੱਪੜੇ ਖਰਾਬ ਕੀਤੇ ਆ, ਪਾੜ ਲਏ। ਮਸਾਰਾ ਮਸਾਂ ਬਾਹੋਂ ਫੜ ਕੇ ਗੁਰੂ ਅੰਗਦ ਦੇਵ ਜੀ ਕੋਲ ਲਿਆਇਆ। ਮਹਾਰਾਜ ਕਿਰਪਾ ਕਰੋ। ਕੀ ਹੋ ਗਿਆ ਭਾਈ? ਅੱਜ ਹੀ ਸਾਡੇ ਤੁਹਾਡੇ ਸੇਵਕ ਨੇ ਕਮਲੀ ਕਰਤੀ। ਸੇਵਕ ਨੇ ਕਮਲੀ ਕਰਤੀ? ਕਿਉਂ ਅਮਰਦਾਸ ਕੀ ਹੋ ਗਿਆ ਪੁਰਖਾ? ਕੁਛ ਨਹੀਂ ਮਹਾਰਾਜ, ਮੈਂ ਤੈਨੂੰ ਕੁਛ ਨਹੀਂ ਕਿਹਾ। ਨਹੀਂ ਗੱਲ ਕੀ ਹੋ ਗਈ? ਕਹਿੰਦਾ ਜੀ ਰਾਤ ਮੀਂਹ ਪੈ ਗਿਆ ਤੇ ਗਲੀ ਗਿੱਲੀ ਸੀ, ਮੈਂ ਸਾਈਡ ਤੋਂ ਟੱਪਣ ਲੱਗਿਆ ਸੀਗਾ। ਇਹਨਾਂ ਦੇ ਬਾਹਰ 'ਚ ਕਿੱਲਾ ਗੱਡਿਆ ਸੀ ਲੱਕੜ ਦਾ ਤਾਣੀ ਬਣਨ ਵਾਸਤੇ, ਤੇ ਮੇਰਾ ਪੈਰ ਅੜ ਕੇ ਡਿੱਗ ਗਿਆ। ਮੈਂ ਖੜਕਾ ਹੋਇਆ। ਇਹ ਜੁਲਾਹਾ ਕਹਿੰਦਾ ਕੌਣ ਹੈ? ਤੇ ਇਹ ਕਹਿੰਦੀ ਅਮਰੂ ਨਥਾਵਾ, ਪਾਣੀ ਭਰਦਾ ਕੁੜਮਾਂ ਦੇ। ਤੇ ਮੈਂ ਤਾਂ ਹੀ ਕਿਹਾ ਸੀਗਾ ਝੱਲੀਏ ਮੈਨੂੰ ਤਾਂ ਥਾਂ ਮਿਲ ਗਿਆ, ਆਪਦਾ ਇੰਤਜ਼ਾਮ ਕਰ ਲਾ। ਤੇ ਗੁਰੂ ਅੰਗਦ ਦੇਵ ਜੀ ਭਾਵੇਂ ਜਾਣੀ ਹੈ, ਪਰ ਅੱਜ ਸਮਾਂ ਆ ਗਿਆ ਸੀ ਉਹਨਾਂ ਦਾ। ਆਪੇ ਸੇਵਾ ਲਾਈਨ, ਪਾਣੀ ਲਿਆਉਣ ਦੀ ਸੇਵਾ ਲਾਈ ਤੇ ਅੱਜ ਬਖਸ਼ਣ ਦਾ ਹੁਕਮ ਆ ਗਿਆ। ਸੇਵਾ ਸਮਾਂ ਆ ਗਿਆ। ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ, ਆਪੇ ਆਪੇ ਸਾਰ ਕਰੇ। ਗੁਰੂ ਅਮਰਦਾਸ ਜੀ ਨੇ ਸੇਵਾ ਦੇ ਪ੍ਰਥਾਏ ਫਿਰ ਬੜੇ ਬਚਨ ਬਾਣੀ 'ਚ ਕਹੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਉਹਨਾਂ ਦੀ ਵੀ ਹੱਡ ਬੀਤੀ ਆਪਦੀ, ਤੇ ਸਾਨੂੰ ਵੀ ਸਮਝਾਉਂਦੇ ਆ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚੰਦਿਆ ਫਲ ਪਾਵਨਾ ਹਉ ਮੈਂ ਵਿੱਚੋਂ ਜਾਏ। ਤਾਂ ਕਹਿੰਦੇ ਜੀ ਮੈਂ ਤਾਂ ਇੰਨਾ ਕੀ ਕਿਹਾ ਸੀਗਾ। ਗੁਰੂ ਅੰਗਦ ਦੇਵ ਜੀ ਕਹਿੰਦੇ ਪੁਰਖਾ ਹੁਣ ਤੂੰ ਸੋਚ ਕੇ ਬੋਲਿਆ ਕਰੀ, ਤੇਰੀ ਜ਼ੁਬਾਨ ਤੇ ਪਰਮੇਸ਼ਰ ਦੀ ਕਿਰਪਾ ਹੋ ਗਈ ਆ। ਜੋ ਕਹਿ ਦਿੰਦਾ ਉਹੀ ਹੋ ਜਾ ਕਰੂਗਾ। ਤੇ ਜਲਾਹਿਆਂ ਨੂੰ ਕਹਿੰਦੇ ਭਾਈ ਉਹ ਘਰ ਦੇ ਦਿਓ ਹੁਣ ਸਾਨੂੰ, ਤੁਸੀਂ ਆਪ ਦਾ ਹੋਰ ਥਾਂ ਇੰਤਜ਼ਾਮ ਕਰੋ। ਇਹੀ ਕਿਹਾ ਨਾ ਅਮਰਦਾਸ ਜੀ ਨੇ, ਮੈਨੂੰ ਥਾਂ ਮਿਲ ਗਿਆ, ਆਪ ਦਾ ਇੰਤਜ਼ਾਮ ਕਰ ਲਾ ਭਾਈ, ਚੱਲੀਏ। ਤੁਸੀਂ ਹੋਰ ਥਾਂ ਘਰ ਪਾ ਲਓ, ਘਰ ਹੁਣ ਸਾਨੂੰ ਦੇ ਦਿਓ, ਫੇਰ ਹੀ ਠੀਕ ਹੋਊਗੀ ਇਹ। ਕਿਉਂਕਿ ਸਾਧ ਦਾ ਬਚਨ ਜਿਹੜਾ ਚੱਲ ਗਿਆ ਹੁਣ ਮੁੜਦਾ ਨਹੀਂ। ਤੇ ਫਿਰ ਉਹ ਘਰ ਗੁਰੂ ਘਰ ਨੇ ਲੈ ਲਿਆ, ਗੁਰੂ ਸਾਹਿਬ ਨੇ ਲੈ ਲਿਆ, ਉਹਨਾਂ ਨੂੰ ਹੋਰ ਥਾਂ ਘਰ ਦੇਤਾ, ਉਹਨੂੰ ਠੀਕ ਕੀਤਾ। ਉਸ ਸਥਾਨ ਤੇ ਹੀ ਗੁਰੂ ਅੰਗਦ ਦੇਵ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਬਾਅਦ 'ਚ। ਕਹੋ ਸਤਨਾਮ ਸੀ। ਅੱਜ ਵੀ ਉਹ ਲੱਕੜ ਜਿਹੜੀ ਬਣਦੀ ਗੱਡੀ ਸੀ ਉਹਨਾਂ ਨੇ ਉਗਰ ਕੇ ਵੱਡਾ ਸਾਰਾ ਬਣ ਬਣੀ ਹੋਈ ਹੈ। ਖੈਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਫਿਰ ਸਤਿਗੁਰੂ ਅੰਗਦ ਦੇਵ ਜੀ ਨੇ ਸਲਾਹ ਕੀਤੀ ਬਈ ਇਹਨਾਂ ਤੇ ਹੁਣ ਪਰਮੇਸ਼ਰ ਦੀ ਫੁੱਲ ਕਿਰਪਾ ਹੋ ਚੁੱਕੀ ਹੈ, ਇਹਨਾਂ ਵਿੱਚੋਂ ਪਾਵਰ ਆ ਚੁੱਕੀ ਹੈ ਜਿਹੜੀ ਨੂੰ ਮੈਂ ਉਡੀਕਦਾ ਸੀਗਾ। ਜਿਵੇਂ ਬਾਬੇ ਨਾਨਕ ਨੇ ਜੋਤ ਰੱਖਣ ਵੇਲੇ ਛਾਂਟਿਆ ਸੀ, ਲੱਭਿਆ ਸੀ ਗੁਰੂ ਅੰਗਦ ਦੇਵ ਜੀ ਨੂੰ। ਆਪਣਾ ਜੀਵਨ ਜੋਤ, ਜਗਤ ਜੋਤ, ਆਪਣਾ ਸ਼ਬਦ ਗਿਆਨ ਕਿੱਥੇ ਰੱਖਾਂ, ਕਿਹੜੇ ਹਿਰਦੇ ਵਿੱਚ ਰੱਖਾਂ ਕਿ ਇਹਦਾ ਅੱਗੇ ਪ੍ਰਚਾਰ ਚੱਲਦਾ ਰਹੇ। ਤੇ ਉਹ ਰੱਖਿਆ ਗਿਆ ਸੀ ਗੁਰੂ ਅੰਗਦ ਦੇ ਵਿੱਚ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਜ ਉਹ ਜੋਤ ਰੱਖ ਦਿੱਤੀ ਸਤਿਗੁਰੂ ਅਮਰਦਾਸ ਜੀ ਵਿੱਚ। ਨਾਲ ਹੀ ਫਿਰ ਬਖਸ਼ਿਸ਼ ਤੇ ਬਚਨ ਤੇ ਵਰ ਕਿੰਨੇ ਕੀਤੇ। ਜਿਵੇਂ ਜਿਵੇਂ
ਉਹਨਾਂ ਦਾ ਇਸ਼ਨਾਨ ਕਰਾਇਆ, ਨਵੇਂ ਵਸਤਰ ਪਾਉਣ ਲਈ ਕਿਹਾ, ਔਰ ਸੀਸ ਉੱਪਰ ਜਿੰਨੇ ਸਰੋਪੇ ਪਿਛਲੇ 11 ਸਾਲਾਂ 'ਚ ਮਿਲੇ ਉਹ ਸਾਰੇ ਬੰਨ੍ਹ ਕੇ ਰੱਖਦੇ ਆ। ਅਸੀਂ ਤਾਂ ਸਰੋਪਾ ਲੈਂਦੇ ਆ, 2 ਮਿੰਟ ਪਾਉਣੇ ਆ, ਫੋਟੋ ਜੀ ਖਿਚਾਉਣੇ ਆ, ਬਸ ਫਿਰ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਤੇ ਗਲ 'ਚੋਂ ਲਾਹ ਕੇ ਝੋਲੇ 'ਚ ਪਾ ਲੈਂਦੇ ਆ। ਪਰ ਗੁਰੂ ਅਮਰਦਾਸ ਜੀ ਨੂੰ ਹਰ ਸਾਲ ਇੱਕ ਸਰੋਪਾ ਦਿਆ ਕਰਦੇ ਸੀ। ਕਹੋ ਸਤਨਾਮ ਸ੍ਰੀ। ਇੱਕ ਸਰੋਪਾ ਦਿਆ ਕਰਦੇ ਗੁਰੂ ਅੰਗਦ ਜੀ ਸਾਲ ਬਾਅਦ। ਗੱਲ ਬਹੁਤ ਆਪਸ ਵਿੱਚ ਘੱਟ ਕਰਦੇ, ਸੇਵਾ 'ਚ ਲੱਗੇ ਰਹਿੰਦੇ। ਪਾਣੀ ਕੇਵਲ ਇੱਕ ਗਾਗਰ ਨਹੀਂ ਲਿਆਉਂਦੇ ਸੀਗੇ, ਦਿਨੇ ਲੰਗਰ ਵਾਸਤੇ ਪਾਣੀ ਲਿਆਉਂਦੇ ਰਹਿੰਦੇ। ਲੱਕੜਾਂ ਦੀ ਸੇਵਾ ਕਰਨੀ, 65 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਆ ਕੇ ਸੇਵਾ, 60-65 ਸਾਲ ਦੀ ਉਮਰ 'ਚ। ਔਰ ਅੱਜ ਉਹ ਸਮਾਂ ਆਇਆ ਤੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੇ ਸੀਸ ਤੋਂ ਸਾਰੇ ਸਰੋਪੇ ਹੌਲੀ ਹੌਲੀ ਲਾਉਂਦੇ ਆ ਨਾਲੇ ਤਾਂ, ਤੇ ਨਾਲੇ ਵਰ ਦਿੰਦੇ ਆ, ਤੂੰ ਤਾਂ ਨਿਮਾਣਿਆਂ ਦਾ ਮਾਣ ਹੈ, ਤੂੰ ਤਾਂ ਨਿਤਾਣਿਆਂ ਦਾ ਤਾਣ ਹੈ, ਤੂੰ ਤਾਂ ਨਿਓਟਿਆਂ ਦੀ ਓਟ ਹੈ, ਤੂੰ ਤਾਂ ਨਿਆਸਰਿਆਂ ਦਾ ਆਸਰਾ ਹੈ, ਤੂੰ ਤਾਂ ਨਿਥਾਵਿਆਂ ਦੀ ਥਾਮ ਹੈ, ਨਿਧਰਿਆਂ ਦੀ ਧਿਰ ਹੈ, ਨਿਘਰਿਆਂ ਦਾ ਘਰ ਹੈ। ਇੱਦਾਂ ਕਰਦਿਆਂ ਕਰਦਿਆਂ ਬੇਅੰਤ ਹੀ ਵਰ ਦੇ ਕੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਨਿਵਾਜਿਆ। ਗੱਲ ਕਰ ਰਹੇ ਸੀ, ਆਓ ਸਿੱਖੋ ਮੈਂ ਤੁਹਾਨੂੰ ਗੁਰੂ ਦੀ ਸਾਖੀ ਸੁਣਾਵਾਂ। ਪੌੜੀ ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸਤ ਹਰ ਸਤਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁਖ ਮਸਤਕ, ਤਿਨ ਜਨ ਲੈ ਹਿਰਦੈ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ। ਇਹ ਹੈ ਗੁਰੂ ਦੀ ਸ਼੍ਰੇਸ਼ਟ ਕਥਾ। ਜੇ ਅਸੀਂ ਕਿਸੇ ਦੀ ਜੀਵਨੀ ਸੁਣਦੇ ਹਾਂ ਤੇ ਕੋਸ਼ਿਸ਼ ਹੋਵੇ ਕਿ ਅਸੀਂ ਉਹੋ ਜਿਹੇ ਬਣ ਸਕੀਏ। ਕੋਈ ਸਤਨਾਮ ਸਿੰਘ। ਕਈ ਵਾਰੀ ਪਿਤਾ ਵੀ ਪੁੱਤਰ ਨੂੰ ਕਿਸੇ ਗਵਾਂਢੀਆਂ ਦੇ ਬੱਚੇ ਦੀ ਰੀਸ ਕਰਨ ਲਈ ਕਹਿੰਦਾ, ਵੇਖੋ ਫਲਾਨਿਆਂ ਦਾ ਜਵਾਕ ਕਿੰਨਾ ਸਿਆਣਾ, ਤੂੰ ਵੀ ਸਿਆਣਾ ਬਣ। ਕੋਈ ਸਤਨਾਮ ਸਿੰਘ। ਤੇ ਸਾਨੂੰ ਗੁਰੂ ਨੇ ਇਹ ਸਾਖੀਆਂ, ਇਤਿਹਾਸ, ਕਥਾ, ਗੁਰਬਾਣੀ, ਵਿਚਾਰਾਂ ਸੁਣਾਉਣਾ ਸੁਣਾਉਣਾ, ਇਹਦਾ ਮਕਸਦ ਕੀ ਹੈ ਕਿ ਸਾਡਾ ਜੀਵਨ ਕਨਵਰਟ ਹੋ ਜੇ, ਬਦਲ ਜੇ। ਇਸ ਕਰਕੇ ਆ ਸਿੱਖਾ ਤੈਨੂੰ ਇੱਕ ਸਾਖੀ ਸੁਣਾਵਾਂ ਸਤਿਗੁਰਾਂ ਦੀ। ਸੁਣਨ ਵਾਲੇ ਤਾਂ ਬਹੁਤ ਆਉਂਦੇ ਆ, ਪਰ ਉਹਦੇ ਵਿੱਚੋਂ ਬਿਰਲੇ ਬਿਰਲੇ ਵਸਾਉਣ ਵਾਲੇ ਹੁੰਦੇ ਆ ਹਿਰਦੇ ਵਿੱਚ। ਸੁਣਿਆ ਮੰਨਿਆ ਮਨ ਕੀਤਾ ਭਾਉ, ਜਿਸ ਤੁਰ ਭਾਗ ਹੋਵੇ ਮੁਖ ਮਸਤਕ, ਤਿਨ ਜਨ ਲੈ ਹਿਰਦੈ ਰਾਖੀ। ਉਹ ਹਿਰਦੇ ਵਿੱਚ ਵਸਾ ਲੈਂਦੇ ਨੇ। ਇਹ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ। ਇਹ ਗੁਰੂ ਦੇ ਅੰਮ੍ਰਿਤਮਈ ਜੀਵਨ ਦੀ ਅੰਮ੍ਰਿਤ ਕਥਾ, ਗੁਰਬਚਨੀ ਸਹਿਜੇ ਚਾਖੀ, ਇਹ ਰੋਜ਼ ਸੁਣਨੀ ਚਾਹੀਦੀ ਹੈ। ਜਿਵੇਂ ਰੋਜ਼ ਰੋਟੀ ਖਾ ਕੇ ਪਚਾ ਲੈਂਦੀ ਆ ਨਾ, ਚਖਣਾ ਹੁੰਦਾ ਖਾਣਾ, ਤੇ ਇਹਨੂੰ ਖਾਣਾ ਹੈ ਕੰਨਾਂ ਦੇ ਨਾਲ। ਰੋਟੀ ਖਾਣੀ ਹੈ ਜੀਭ ਨਾਲ, ਮੂੰਹ ਨਾਲ। ਇਸ ਕਰਕੇ ਜਿਨ੍ਹਾਂ ਨੇ ਇਸ ਕਥਾ ਨੂੰ ਸੁਣ ਸੁਣ ਕੇ ਹਿਰਦੇ ਵਿੱਚ ਵਸਾ ਲਿਆ, ਤਹਿ ਭਇਆ ਪ੍ਰਗਾਸ। ਜਿਵੇਂ ਗੁਰੂ ਅਮਰਦਾਸ ਜੀ ਅੰਦਰ ਬ੍ਰਹਮ ਗਿਆਨ ਹੋ ਗਿਆ, ਉਹਨਾਂ ਦੇ ਬਚਨ ਪੂਰੇ ਹੋਣ ਲੱਗੇ, ਉਹਨਾਂ 'ਚ ਬਖਸ਼ਿਸ਼ਾਂ ਹੋ ਗਈਆਂ, ਉਹਨਾਂ 'ਚ ਬਹੁਤ ਸਾਰਾ ਪਾਵਰ ਆ ਗਈ ਪਰਮੇਸ਼ਰ ਦੀ। ਉੱਥੇ ਕਹਿੰਦੇ ਪ੍ਰਗਾਸ ਹੋ ਗਿਆ, ਗਿਆਨ ਹੋ ਗਿਆ। ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉਂ ਸੂਰਜ ਰੈਣ ਕੇ ਰਾਖੀ। ਜਿਵੇਂ ਸੂਰਜ ਦੀਆਂ ਕਿਰਨਾਂ ਅਗਿਆਨਤਾ ਹਨੇਰੇ ਨੂੰ ਭਜਾ ਦਿੰਦੀਆਂ, ਇਵੇਂ ਪਾਤਸ਼ਾਹ ਕਹਿੰਦੇ ਜਦੋਂ ਹੀ ਸੂਰਜ ਚੜ੍ਹ ਜਾਂਦਾ ਹੈ, ਹਨੇਰਾ ਭੱਜ ਜਾਂਦਾ ਹੈ, ਤੇ ਜਿੱਥੇ ਗੁਰਬਾਣੀ ਦਾ ਜਾਪ ਹੁੰਦਾ ਹੈ, ਗੁਰਬਾਣੀ ਦੀ ਸਿਫਤ ਹੁੰਦੀ ਹੈ, ਗੁਰੂ ਦੀ ਸਿਫਤ ਹੁੰਦੀ ਹੈ, ਉੱਥੋਂ ਅਗਿਆਨਤਾ ਭੱਜ ਜਾਂਦੀ ਹੈ। ਅਦ੍ਰਿਸ਼ਟ ਅਗੋਚਰ ਅਲੱਖ ਨਿਰੰਜਨ, ਉਹ ਜਿਹੜਾ ਦਿਸਦਾ ਨਹੀਂ, ਅਦ੍ਰਿਸ਼ਟ ਜਿਹੜਾ ਦ੍ਰਿਸ਼ਟੀ ਤੋਂ ਪਰੇ ਹੈ, ਇਹਨਾਂ ਕਰਮ ਇੰਦਰੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਜਿਹੜਾ ਅਲੱਖ, ਜੋ ਉਹਨੂੰ ਜਾਣਨਾ ਬੜਾ ਮੁਸ਼ਕਿਲ ਹੈ। ਲੱਖਣਾ ਹੁੰਦਾ ਜਾਣਨਾ, ਰਿਸਰਚ ਕਰਨੀ। ਜਿਹਨੂੰ ਲੱਖਣਾ ਬੜਾ ਮੁਸ਼ਕਿਲ ਹੈ, ਅਲੱਖ ਹੈ ਜਿਹੜਾ। ਨਿਰੰਜਨ, ਕਿਉਂਕਿ ਉਸ ਦਾ ਰੰਗ ਰੂਪ ਰੇਖ ਪੇਖ ਹੈ ਨਹੀਂ। ਜੇ ਫੋਟੋ ਹੁੰਦੀ ਤਾਂ ਇੱਦਾਂ ਵਿਖਾਉਂਦੇ ਵੀ ਇਹੋ ਜਿਹਾ ਹੈ, ਉਹਦੀ ਫੋਟੋ ਕੋਈ ਨਹੀਂ ਹੈ। ਕੋਈ ਸਤਨਾਮ ਸ੍ਰੀ। ਚੱਕਰ ਚਿਹਨ ਯਾਰ ਵਰਨ ਜਾਤ ਯਾਰ ਪਾਤ ਨਾ ਹਨ ਜੇ। ਪ੍ਰੀਤਮ ਜੀ ਕਹਿੰਦੇ ਅਦ੍ਰਿਸ਼ਟ ਅਗੋਚਰ ਅਲੱਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਆਖੀ ਦਾ ਅਰਥ ਹੈ ਗੁਰੂ ਦੇ ਬਚਨਾਂ 'ਤੇ ਚੱਲ ਕੇ। ਜੋ ਗੁਰੂ ਨੇ ਕਿਹਾ, ਜਦ ਸਿੱਖ ਉਵੇਂ ਚੱਲਿਆ ਤੇ ਉਹ ਦੇਖ ਲਿਆ। ਜਿਹੜਾ ਦੇਖਿਆ ਨਹੀਂ ਜਾ ਸਕਦਾ, ਗੁਰੂ ਵਿਖਾ ਦਿੰਦਾ ਹੈ। ਕੋਈ ਸਤਨਾਮ ਸ੍ਰੀ। ਗੁਰੂ ਕੋਲੇ ਪਾਵਰ ਹੈ। ਸੋ ਇਸ ਪਵਿੱਤਰ ਬਚਨਾਂ ਦੇ ਵਿਚਾਰ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਇਆ ਗਿਆ।
फिर उन्होंने गुरसिੱਖੀ का प्रचार किया। फिर अगे चल के उन्होंने चरणों के विच जेठा जी गुरु रामदास जी आए। फिर उन्होंने उन्होंने कृपा की। इयों ये लड़ी चलती चलती अगे तो अगे जोत नाल जोत जुड़ती हुई श्री गुरु ग्रंथ साहिब जी की गुरबाणी विच इतिहास विच आ गई। गुरु कृपा करन आपां गुरबाणी नाल जुड़िए इसी पवित्र शब्द की। और अज पवित्र दिहाड़ा सतगुरु अमरदास जी का प्रकाश दिहाड़ा। उन्होंने जीवन विचों कुछ विचारां आपां सांझियां कीतियां। गुरु कृपा करन साडे हिरदे विच वस जाण। बोलदियां ने एक आखर बाद घाट हो जाते। सिख संगतां ते सतगुरु बख्शण योग है बख्श लैना जी। समाप्ति करिए। बुलाओ फतेह पाओ फतेह। वाहिगुरु जी का खालसा वाहिगुरु जी की फतेह।